ਮੂਕ ਉਚਰਾ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ, ਜਾਉ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮੈਂ ਮਾਂਝ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਸਤਿਨਾਮ ਜੀ। ਇੰਦਰ ਲੋਕ ਸ਼ਿਵ ਲੋਕਹਿ ਜੈਬੂ, ਹੋਸ਼ੇ ਤਪ ਕਰ ਬਾਹਰ ਹੈਬੋ। ਕਿਆ ਮੰਗੋ ਕਿਛ ਥਿਰ ਨਾਹੀ, ਰਾਮ ਨਾਮ ਰਖ ਮਨ ਮਾਹੀ। ਰਹਾਉ ਸੋਭਾ ਰਾਜ ਬਿਭੈ ਵਡਿਆਈ, ਅੰਤ ਨ ਕਾਹੂ ਸੰਗ ਸਹਾਈ। ਪੁੱਤਰ ਕੁਲਤਰ ਲਛਮੀ ਮਾਇਆ, ਇਨ ਤੇ ਕਹੁ ਕਵਨੈ ਸੁਖ ਪਾਇਆ। ਕਹਿਤ ਕਬੀਰ ਅਵਰ ਨਹੀਂ ਕਾਮਾ, ਹਮਰੈ ਮਨ ਧਨ ਰਾਮ ਕੋ ਨਾਮਾ। ਕਹਿਤ ਕਬੀਰ ਅਵਰ ਨਹੀਂ ਕਾਮਾ, ਹਮਰੈ ਮਨ ਧਨ ਰਾਮ ਕੋ ਨਾਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 692 ਅੰਕ 'ਤੇ ਸੁਸ਼ੋਭਿਤ ਹੈ। ਕਬੀਰ ਸਾਹਿਬ ਜੀ ਕਿਰਪਾ ਕਰ ਰਹੇ ਨੇ, ਆਓ ਸਮਝੀਏ ਜੀ। ਇੰਦਰ ਲੋਕ ਸ਼ਿਵ ਲੋਕ ਹੈ ਜੈਬੂ। ਸੋ ਜਿਹੜੇ ਸ਼ਿਵ ਜੀ ਦੀ ਭਗਤੀ ਕਰਨੇ ਵਾਲੇ ਨੇ, ਉਹ ਸ਼ਿਵ ਲੋਕ ਵਿੱਚ ਜਾਣ ਦੀ ਚਾਹ ਨਾ ਰੱਖਦੇ ਨੇ। ਪੁੰਨ ਕਰਨੇ ਵਾਲੇ ਇੰਦਰ ਲੋਕ ਸਵਰਗ ਵਿੱਚ ਜਾਣ ਦੀ ਚਾਹ ਨਾ ਕਰਦੇ ਨੇ। ਹੋਸ਼ੇ ਤਪ ਕਰ ਬਾਹਰ ਐਬੋ, ਇਹਨੂੰ ਹੋਸ਼ਾ ਤਪ ਕਹਿ ਦਿੱਤਾ, ਹੋਸ਼ਾ ਤਪਿਆ, ਕਿਉਂਕਿ ਇਹਦੇ ਵਿੱਚ ਸदैਵੀ ਸਥਿਰਤਾ ਨਹੀਂ ਹੈ, ਇਹ ਮੰਨਿਆ ਜਾਂਦਾ ਹੈ। ਮੁੜ ਕੇ ਫਿਰ ਧਰਤੀ 'ਤੇ ਹੀ ਆਉਣਾ ਪੈਂਦਾ ਹੈ। ਜਦੋਂ ਮਹਾਂਕਾਲ ਦਾ ਵਰਤਾਰਾ ਵਰਤਦਾ,
ਉਸ ਵਕਤ ਸੱਚਖੰਡ ਅਤੇ ਕਰਮਖੰਡ ਹੀ ਬਚਦੇ ਨੇ। ਧਰਮਖੰਡ, ਗਿਆਨਖੰਡ, ਸਰਮਖੰਡ 'ਤੇ ਵੀ ਮਾਰ ਪੈ ਜਾਂਦੀ ਹੈ। ਸਾਰੀਆਂ ਪੁਰੀਆਂ ਖਤਮ ਹੋ ਜਾਂਦੀਆਂ। ਕੇਵਲ ਅਤੇ ਕੇਵਲ ਸੱਚਖੰਡ ਅਤੇ ਕਰਮਖੰਡ ਹੀ ਬਚਦੇ ਨੇ। ਸਵਰਗ ਲੋਕ ਜਾ ਕੇ ਫਿਰ ਦੁਬਾਰਾ ਧਰਤੀ 'ਤੇ ਹੀ ਆਉਣਾ, ਸ਼ਿਵ ਲੋਕ ਵਿੱਚ ਜਾ ਕੇ ਫਿਰ ਦੁਬਾਰਾ ਧਰਤੀ 'ਤੇ ਆਉਣਾ। ਕਹਿੰਦੇ ਤਾਂ ਹੋਸ਼ਾ ਤਪ ਹੈ, ਇਹਨੂੰ ਓਸ਼ੇ ਤਪ ਕਹਿ ਦਿੱਤਾ ਕਬੀਰ ਸਾਹਿਬ ਨੇ। ਕਿਆ ਮੰਗੋ ਕਿਛ ਥਿਰ ਨਾਹੀ, ਰਾਮ ਨਾਮ ਰਖ ਮਨ ਮਾਹੀ। ਮੈਂ ਕੀ ਮੰਗਾਂ, ਕੁਛ ਵੀ ਤਾਂ ਸਥਿਰ ਨਹੀਂ ਹੈ। ਰਾਜ ਭਾਗ ਮੰਗ ਲਵਾਂ, ਉਹ ਵੀ ਸਥਿਰ ਨਹੀਂ ਹੈ। ਉਮਰ ਲੰਬੀ ਮੰਗ ਲਵਾਂ ਅਤੇ ਆਖਰਕਾਰ ਮੌਤ ਤਾਂ ਆਉਣੀ ਹੀ ਆਉਣੀ ਹੈ। ਉਮਰ ਲੰਬੀਆਂ ਵਾਲੇ ਉਹਨਾਂ ਦਾ ਫਿਰ ਸਰੀਰ ਜਿਹੜਾ ਨਾ ਉਹ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ। ਸੋ ਇਹ ਆਪ ਫਿਰ ਉਹ ਚਾਹੁੰਦੇ ਨੇ ਵੀ ਇਹਨੂੰ ਹੁਣ ਛੱਡ ਦਈਏ, ਤਿਆਗ ਦਈਏ, ਵੀ ਕਿਸੇ ਕੰਮ ਦਾ ਨਹੀਂ ਰਹਿ ਗਿਆ। ਜਿੰਨੀ ਉਮਰ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੋਈ ਹੁੰਦੀ ਹੈ, ਉਸੇ ਅਨੁਸਾਰ ਹੀ ਇਹ ਸਰੀਰ ਸੋਹਣੇ ਤਰੀਕੇ ਦੇ ਨਾਲ ਕੰਮ ਕਰਦਾ। ਸੋ ਇਸ ਕਰਕੇ ਲੰਬੀ ਉਮਰ ਨੂੰ ਵੀ ਕੀ ਕਰਨਾ ਕਹਿੰਦੇ, ਕਿਉਂਕਿ ਜਿਹਨਾਂ ਨੇ ਕੰਮ ਹੀ ਨਹੀਂ ਕਰਨਾ ਫਿਰ ਇਹਨੂੰ ਰੱਖ ਕੇ ਕੀ ਕਰਨਾ। ਕਿਆ ਮੰਗੂ ਕਿਛ ਥਿਰ ਨਾਹੀ, ਅਤੇ ਕਰਨਾ ਕੀ ਆ, ਕਹਿੰਦੇ ਰਾਮ ਨਾਮ ਰਖ ਮਨ ਮਾਹੀ। ਆਪਣੇ ਮਨ ਦੇ ਵਿੱਚ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਟਿਕਾ ਕੇ ਰੱਖ। ਰਹਾਓ ਸੋਭਾ ਰਾਜ ਬਿਬੈ ਵਡਿਆਈ। ਰਾਜ ਭਾਗ ਦੀ ਸ਼ੋਭਾ, ਜਿਹੜਾ ਹੁਣ ਰਾਜਾ ਮਹਾਰਾਜਾ ਬਣ ਜਾਂਦਾ ਉਹਦੇ ਕੋਲ ਬਿਬੈ ਹੁੰਦਾ ਐਸ਼ੋ ਇਸ਼ਰਤ। ਸੋ ਖਾਣ ਪੀਣ ਦਾ ਸਾਰਾ ਸਮਾਨ, ਪਹਿਨਣ ਵਾਸਤੇ ਹਰ ਇੱਕ ਤਰ੍ਹਾਂ ਦਾ ਕੱਪੜਾ, ਹਰ ਇੱਕ ਤਰ੍ਹਾਂ ਦੀ ਸਹੂਲਤ। ਬਿਬੈ ਵਡਿਆਈ ਵੀ ਪੂਰੀ। ਜਿੱਥੇ ਜਾਣਾ ਉੱਥੇ ਅੱਗੋਂ ਵੀ ਸਤਿਕਾਰ ਦੇ ਨਾਲ ਸਾਰੇ ਮਿਲਦੇ ਨੇ, ਨਾਲ ਸਾਰੇ ਉੱਠ ਕੇ ਚੱਲਦੇ ਨੇ। ਸੋ ਇੰਨਾ ਸਤਿਕਾਰ, ਇੰਨਾ ਮਾਣ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਜਦੋਂ ਅੰਤ ਸਮਾਂ ਆ ਜਾਂਦਾ ਨਾ, ਅੰਤ ਨ ਕਾਹੂ ਸੰਗ ਸਹਾਈ। ਤੇਰੀਆਂ ਫੌਜਾਂ ਨੇ ਤੇਰੀ ਸਹਾਇਤਾ ਨਹੀਂ ਕਰਨੀ, ਤੇਰੇ ਖਜ਼ਾਨੇ ਨੇ ਤੇਰੀ ਸਹਾਇਤਾ ਨਹੀਂ ਕਰਨੀ। ਜਿੱਦਾਂ ਹੁਣ ਤੂੰ ਜਿੱਥੇ ਜਾਂਦਾ ਸੀ ਸਾਰੇ ਤੇਰੇ ਨਾਲ ਉੱਠ ਕੇ ਜਾਂਦੇ ਸੀ। ਜਦੋਂ ਅੰਤ ਸਮਾਂ ਆਉਣਾ ਹੈ, ਕਿਸੇ ਨੇ ਵੀ ਤੇਰੇ ਨਾਲ ਉੱਠ ਕੇ ਨਹੀਂ ਜਾਣਾ। ਉੱਥੇ ਜਾ ਹੀ ਨਹੀਂ ਸਕਦਾ। ਉੱਥੇ ਆਪਣੀ ਮਰਜ਼ੀ ਦੇ ਨਾਲ ਕੋਈ ਜਾ ਹੀ ਨਹੀਂ ਸਕਦਾ। ਜਿਹਦੀ ਚਿੱਠੀ ਆਉਣੀ ਹੈ ਉਹਨੂੰ ਹੀ ਜਾਣਾ ਪੈਣਾ, ਦੂਜਾ ਨਹੀਂ ਜਾ ਸਕਦਾ। ਜੇ ਜਾ ਹੀ ਨਹੀਂ ਸਕਦਾ ਵੀ ਸਹਾਇਤਾ ਤੇਰੀ ਕਿਨੇ ਕੀ ਕਰਨੀ। ਕਹਿੰਦੇ ਸਹਾਇਤਾ ਕਰਨੀ ਤਾਂ ਕੇਵਲ ਅਤੇ ਕੇਵਲ ਤੇਰੇ ਵੱਲੋਂ ਕੀਤੀ ਹੋਈ ਜਿਹੜੀ ਬੰਦਗੀ ਹੈ ਉਹਨੇ ਹੀ ਸਹਾਇਤਾ ਕਰਨੀ। ਪੁੱਤਰ ਕਲਤਰ ਲਛਮੀ ਮਾਇਆ, ਇਨ ਤੇ ਕਹੋ ਕਵਨੈ ਸੁਖ ਪਾਇਆ। ਪੁੱਤਰ ਔਲਾਦ, ਕਲਤਰ ਔਰਤ ਇਸਤਰੀ, ਲਛਮੀ ਧਨ ਦੌਲਤ, ਮਾਇਆ। ਇੱਥੇ ਮਾਇਆ ਦਾ ਅਰਥ ਲੱਗੇਗਾ ਵੀ ਪੁੱਤਰ ਵੀ ਮਾਇਆ ਹੈ, ਔਰਤ ਵੀ ਮਾਇਆ ਹੈ, ਧਨ ਦੌਲਤ ਵੀ ਮਾਇਆ। ਇਹ ਸਾਰਾ ਕੁਝ ਮਾਇਆ ਹੀ ਹੈ। ਇਹ ਨਹੀਂ ਧਨ ਦੌਲਤ ਨੂੰ ਮਾਇਆ ਕਿਹਾ ਜਾਂਦਾ ਹੈ। ਪਰਮਾਤਮਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬਾਕੀ ਸਾਰਾ ਕੁਝ ਮਾਇਆ ਹੈ। ਜੋ ਪੈਦਾ ਹੋਇਆ, ਜੋ ਬਣਿਆ, ਜਿਹੜੀ ਚੀਜ਼ ਬਿਨਸਣ ਵਾਲੀ ਹੈ ਉਹ ਮਾਇਆ। ਜੋ ਉਪਜਿਓ ਸੋ ਬਿਨਸ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਤੇ ਕਹੋ ਕਵਨੈ ਸੁਖ ਪਾਇਆ। ਦੱਸੋ ਇਹਨਾਂ ਤੋਂ ਕਿਸੇ ਨੂੰ ਕਦੀ ਸੁੱਖ ਦੀ ਪ੍ਰਾਪਤੀ ਹੋਈ ਹੈ? ਨਹੀਂ ਹੋਈ। ਕਹਿੰਦੇ ਜਦ ਇਹਨਾਂ ਤੋਂ ਸੁੱਖ ਦੀ ਪ੍ਰਾਪਤੀ ਹੀ ਨਹੀਂ, ਇਤਿਹਾਸ ਗਵਾਹ ਆ, ਅਤੇ ਤੂੰ ਕਦ ਇਹਨਾਂ ਦੇ ਪਿੱਛੇ ਲੱਗਿਆ ਹੋਇਆ। ਸੋ ਇਹਨਾਂ ਦੇ ਪਿੱਛੇ ਸਾਰੀ ਆਪਣੀ ਉਮਰ ਤੂੰ ਗਵਾ ਲਈ ਹੈ। ਜਿਹੜੀ ਦੌੜ ਭੱਜ ਹੈ ਨਾ ਤੇਰੀ ਇਹਨਾਂ ਦੇ ਪਿੱਛੇ, ਇਸੇ ਕਰਕੇ ਤਾਂ ਦੁਖੀ ਹੋ ਰਿਹਾ। ਕਹਿੰਦੇ ਕਹਿਤ ਕਬੀਰ ਅਵਰ ਨਹੀਂ ਕਾਮਾ, ਹਮਰੈ ਮਨ ਧਨ
ਰਾਮ ਕੋ ਨਾਮਾ। ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਹੋਰ ਕੋਈ ਕੰਮ ਨਹੀਂ ਹੈ। ਜਿੱਦਾਂ ਦੁਨੀਆ ਦੇ ਲੋਕ ਜਿਹੜੇ ਉਹ ਧਨ ਕਮਾਉਣ ਵਾਸਤੇ ਬੜੀ ਦੌੜ ਭੱਜ ਕਰਦੇ ਆ, ਔਰ ਜਿੰਨਾ ਮਰਜ਼ੀ ਕਮਾ ਲੈਣ ਕਦੀ ਤ੍ਰਿਪਤੀ ਨਹੀਂ ਹੁੰਦੀ ਹੈ। ਹਜ਼ਾਰਾਂ ਵਾਲਾ ਲੱਖਾਂ 'ਤੇ ਚਲ ਜਾਂਦਾ, ਲੱਖਾਂ ਵਾਲਾ ਕਰੋੜਾਂ ਅਰਬਾਂ 'ਤੇ ਚਲੇ ਜਾਂਦਾ, ਸੋ ਤ੍ਰਿਪਤੀ ਹੋ ਹੀ ਨਹੀਂ ਸਕਦੀ ਹੈ। ਕਬੀਰ ਸਾਹਿਬ ਜੀ ਕਹਿੰਦੇ ਮੈਂ ਦੁਨੀਆ ਦੀ ਦੌਲਤ ਨੂੰ ਆਪਣਾ ਧਨ ਹੀ ਨਹੀਂ ਸਮਝਦਾ ਹਾਂ। ਇਹ ਜਿਹੜੀ ਦੁਨੀਆ ਦੀ ਦੌਲਤ ਹੈ, ਦੁਨਿਆਵੀ ਲੋਕਾਂ ਵਾਸਤੇ ਧਨ ਹੋਵੇਗਾ, ਮੇਰੇ ਵਾਸਤੇ ਧਨ ਨਹੀਂ ਹੈ। ਮੇਰੇ ਵਾਸਤੇ ਤਾਂ ਧਨ ਕੇਵਲ ਤੇ ਕੇਵਲ ਪਰਮਾਤਮਾ ਪਰਮੇਸ਼ਰ ਦਾ ਨਾਮ ਹੈ। ਹਮਰਾ ਮਾਨ ਧਨ ਰਾਮ ਕੋ ਨਾਮਾ। ਪਰਮਾਤਮਾ ਪਰਮੇਸ਼ਰ ਦਾ ਨਾਮ ਧਨ ਉਦੋਂ ਬਣਦਾ ਜਦੋਂ ਮਨ ਕਰਕੇ ਇਹ ਸਿਮਰਦਾ, ਮਨ ਕਰਕੇ ਜਪਦਾ ਅਤੇ ਮਨ ਦੇ ਵਿੱਚ ਟਿਕਾਉਣ ਦੀ ਕੋਸ਼ਿਸ਼ ਕਰਦਾ। ਉਦੋਂ ਜਿੱਦਾਂ ਸਾਡੇ ਬੁੱਝ 'ਚ ਜਿਹੜਾ ਧਨ ਉਹ ਸਾਡਾ ਆਪਣਾ, ਜਿਹੜਾ ਆਪਣੇ ਕੋਲ ਹੈ ਉਹੀਓ ਆਪਣਾ, ਜਦੋਂ ਲੋੜ ਪੈਂਦੀ ਬੰਦਾ ਖਰਚ ਲੈਂਦਾ। ਸੋ ਇਸੇ ਤਰ੍ਹਾਂ ਨਾਮ ਧਨ ਵੀ ਜਿਸ ਦਾ ਮਨ ਦੇ ਵਿੱਚ ਟਿਕਾ ਹੋ ਗਿਆ ਆਪਣਾ, ਉਹ ਜਦੋਂ ਲੋੜ ਪੈਂਦੀ, ਜਦੋਂ ਮਰਜ਼ੀ ਉਹਨੂੰ ਖਰਚ ਸਕਦੇ ਹਾਂ, ਜਦੋਂ ਮਰਜ਼ੀ ਵਰਤ ਸਕਦੇ ਹਾਂ, ਦੂਸਰੇ ਨੂੰ ਦੇ ਸਕਦੇ ਹਾਂ। ਕਿਉਂਕਿ ਇਹ ਧਨ ਦਾ ਨਾ ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵਧਦੋ ਜਾਈ। ਜਿੰਨਾ ਮਰਜ਼ੀ ਖਾਵੋ, ਜਿੰਨਾ ਮਰਜ਼ੀ ਵਰਤਾਵੋ, ਇਸ ਧਨ ਦੇ ਵਿੱਚ ਕਦੀ ਟੋਟਾ ਨਹੀਂ ਆਉਂਦਾ। ਦੁਨਿਆਵੀ ਧਨ ਦੇ ਨਾਲ ਕਦੀ ਮਨ ਦੀ ਸ਼ਾਂਤੀ ਨਹੀਂ ਬਣ ਸਕਦੀ। ਨਾਮ ਧਨ ਜਿਹੜਾ ਇਹਦੇ ਨਾਲ ਮਨ ਦਾ ਟਿਕਾਅ ਬਣਦਾ, ਮਨ ਦੀ ਸ਼ਾਂਤੀ ਬਣਦੀ ਹੈ। ਦੁਨਿਆਵੀ ਧਨ ਮਨ ਨੂੰ ਮੈਲਾ ਕਰ ਦਊਗਾ, ਭਰਮ ਪੈਦਾ ਕਰਦਾ, ਲੜਾਈ ਝਗੜੇ ਪੈਦਾ ਕਰਦਾ। ਪਰ ਜਿਹੜਾ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਧਨ ਹੈ, ਇਹ ਮਨ ਨੂੰ ਸਾਫ਼ ਕਰਦਾ, ਕਲਾ ਕਲੇਸ਼ ਮਿਟਾਉਂਦਾ, ਮਨ ਦੀ ਮੈਲ ਦੂਰ ਕਰਦਾ। ਸੋ ਇਹੋ ਜਿਹਾ ਧਨ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਆਪਣਾ ਜਿਹੜਾ ਧਨ ਹੈ ਉਹ ਪ੍ਰਮਾਤਮਾ ਦੇ ਨਾਮ ਨੂੰ ਹੀ ਮੰਨਦਾ। ਤਦੇ ਕਹਿੰਦਾ ਨਾ ਲੂਟਣਾ ਹੈ ਤੂੰ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਜਬ ਪ੍ਰਾਣ ਜਹੇਂਗੇ ਛੂਟ। ਕਹਿੰਦੇ ਇਹ ਤਾਂ ਲੁੱਟ ਆ, ਲੁੱਟ ਪਈ ਹੈ। ਜਿੰਨਾ ਮਰਜ਼ੀ ਲੁੱਟ ਲਓ, ਜਿੰਨਾ ਮਰਜ਼ੀ ਇਕੱਠਾ ਕਰ ਲਓ, ਹਿੰਮਤ ਚਾਹੀਦੀ। ਕਬੀਰ ਸਾਹਿਬ ਕਹਿੰਦੇ ਨੇ ਬਿਖਰਿਆ ਪਿਆ ਇਹਦਾ ਨਾਮ ਧਨ ਤਾਂ ਨਾ ਬਿਖਰਿਆ ਪਿਆ, ਪਰ ਜਿਹਨੂੰ ਪਹਿਚਾਣ ਹੈ ਸੋ ਉਹ ਇਕੱਠਾ ਕਰ ਸਕਦਾ, ਜਿਹਨੂੰ ਨਹੀਂ ਪਹਿਚਾਣ ਉਹਦੇ ਕੋਲ ਨਹੀਂ ਇਕੱਠਾ ਹੋ ਸਕਦਾ। ਨਾਮ ਧਨ ਤਾਂ ਇੱਦਾਂ ਜਿੱਦਾਂ ਰੇਤ ਦੇ ਵਿੱਚ ਖੰਡ ਖਿਦਰੀ ਹੋਈ ਹੁੰਦੀ ਹੈ। ਕੀੜੀ ਰੇਤ ਜਦੋਂ ਖੰਡ ਲੱਭ ਲੈਂਦੀ ਹੈ, ਹੱਥ ਹੀ ਨਹੀਂ ਲੱਭ ਸਕਦਾ। ਨਿਮਰਤਾ ਦੇ ਨਾਲ ਨਾਮ ਧਨ ਇਕੱਠਾ ਕੀਤਾ ਜਾ ਸਕਦਾ ਹੈ। ਨਿਮਰਤਾ ਦੇ ਨਾਲ ਹੈਗਾ ਸਾਰਾ ਬਿਖਰਿਆ ਹੋਇਆ, ਖਿਲਰਿਆ ਹੋਇਆ। ਅੰਮ੍ਰਿਤ ਬਿਖ ਬਸੇ ਇੱਕ ਸੰਗਾ, ਅੰਮ੍ਰਿਤ ਵੀ ਜ਼ਹਿਰ ਵੀ, ਨਾਮ ਵੀ ਅਤੇ ਮਾਇਆ ਵੀ ਇਸ ਸੰਸਾਰ ਦੇ ਵਿੱਚ ਬਿਖਰੇ ਪਏ ਨੇ, ਰਲੇ ਪਏ ਨੇ। ਪਛਾਣ ਹੈ ਅਤੇ ਨਾਮ ਧਨ ਚੁਣ ਲਵੇਗਾ, ਨਹੀਂ ਪਛਾਣ ਨਹੀਂ ਚੁਣ ਸਕਦਾ। ਇਹ ਦੋਨੋਂ ਇਕੱਠੇ ਰਹਿ ਰਹੇ ਨੇ, ਚਾਹੇ ਸੰਗਤ ਹੈ ਚਾਹੇ ਸੰਗਤ ਤੋਂ ਬਾਹਰ ਹੈ, ਚਾਹੇ ਧਾਰਮਿਕ ਸਥਾਨ ਨੇ ਚਾਹੇ ਧਾਰਮਿਕ ਸਥਾਨ ਨਹੀਂ ਹੈ। ਇਹ ਦੋਨੋਂ ਚੀਜ਼ਾਂ ਇਕੱਠੀਆਂ ਰਹਿ ਰਹੀਆਂ। ਜਿੱਥੇ ਮਾਇਆ ਹੈ ਉੱਥੇ ਨਾਮ ਧਨ ਹੈ, ਜਿੱਥੇ ਨਾਮ ਧਨ ਹੈ ਉੱਥੇ ਮਾਇਆ, ਇਕੱਠੇ ਰਹਿ ਰਹੇ ਨੇ। ਹਿਰਦੇ ਵਿੱਚ ਉਸਦੇ ਨਾਮ ਧਨ ਵਸਦਾ ਜਿੱਥੇ ਮਾਇਆ ਫਿਰ ਨਹੀਂ ਟਿਕਦੀ ਹੈ। ਜਿੱਥੇ ਮਾਇਆ ਦਾ ਵਸ ਉੱਥੇ ਨਾਮ ਧਨ ਨਹੀਂ ਟਿਕਦਾ। ਉਂਝ ਸਾਰੇ ਪਾਸੇ ਦੋਨੋਂ ਚੀਜ਼ਾਂ ਇਕੱਠੀਆਂ ਰਹਿ ਰਹੀਆਂ, ਪਰ ਹਿਰਦੇ ਵਿੱਚ ਇਕੱਠੀਆਂ ਨਹੀਂ ਰਹਿ ਸਕਦੀਆਂ। ਹਿਰਦੇ ਵਿੱਚ ਮਾਇਆ ਅਤੇ ਨਾਮ ਧਨ ਇਕੱਠੇ ਨਹੀਂ ਰਹਿ ਸਕਦੇ। ਹਉਮੈ ਅਤੇ ਮਾਇਆ, ਹਉਮੈ ਨਾਮੈ ਨਾਲ ਵਿਰੋਧ ਹੈ, ਹਉਮੈ ਅਤੇ ਨਾਮ ਇਕੱਠੇ ਨਹੀਂ ਰਹਿ ਸਕਦੇ। ਦੋਏ ਨਾ ਵਸੈ ਇਕ ਥਾਇ। ਹਉਮੈ ਕੀ ਹੈ? ਮਾਇਆ, ਵਿਕਾਰ ਮਾਇਆ ਹੀ ਹੈ। ਇਹ ਮਾਇਆ ਦੇ ਪੰਜ ਪੁੱਤ ਨੇ। ਜਿੱਦਾਂ ਕਬੀਰ ਸਾਹਿਬ ਕਹਿੰਦੇ ਪਾਂਚੋ ਲੜਕਾ ਜਾਰ ਕੇ ਰਹੇ ਰਾਮ ਲਿਵ ਲਾਗ, ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ। ਇਹ ਪੰਜੋ ਹੀ ਮਾਇਆ ਦੇ ਪੁੱਤ ਨੇ। ਉਂਝ ਸਾਰੇ ਸੰਸਾਰ ਵਿੱਚ ਜਿੱਥੇ ਮਰਜ਼ੀ ਚਲ ਜਾਓ, ਮਾਇਆ ਅਤੇ ਨਾਮ ਇਕੱਠੇ ਰਹਿ ਰਹੇ ਨੇ, ਪਰ ਹਿਰਦੇ ਵਿੱਚ ਕਦੀ ਇਕੱਠੇ ਨਹੀਂ ਰਹਿ ਸਕਦੇ। ਰਾਮ ਸਿਮਰੋ ਰਾਮ ਸਿਮਰ, ਰਾਮ ਸਿਮਰ ਭਾਈ। 3 ਵਾਰੀ ਲਫ਼ਜ਼ ਕਹੇ। ਰਾਮ ਇਹਦੇ ਵੀ ਸਪੈਲਿੰਗ ਉਹੀ ਹੈ, 3 ਵਾਰੀ ਰਾਮ ਹੈ, ਸਪੈਲਿੰਗ ਉਹੀ ਹੈ।
ਸਿਮਰ, ਤਿੰਨੇ ਵਾਰੀ ਸਿਮਰ ਆਇਆ ਤੇ ਸਪੈਲਿੰਗ ਵੀ ਉਹੀ ਹੈ। ਸੁਭਾਵ ਦ੍ਰਿੜਤਾ ਕਰਾਈ, ਦ੍ਰਿੜਤਾ ਮਨ ਕਰਕੇ, ਬਚਨਾ ਕਰਕੇ, ਸਰੀਰ ਕਰਕੇ। ਇਹਨੂੰ ਕਿਹਾ ਜਾਂਦਾ ਮਨਸਾ ਵਾਚਾ ਕਰਮ ਨਾ। ਮਨ ਬਾਣੀ ਸਰੀਰ ਕਰਕੇ ਨਾਮ ਜਪ ਭਾਈ। ਇਹ ਨਹੀਂ ਵੀ ਜੀਭਾ ਨਾਮ ਜਪਦੀ ਤੇ ਮਨ ਹੋਰ ਕਿਸੇ ਪਾਸੇ, ਤੇ ਹੱਥਾਂ ਦੇ ਨਾਲ ਅਸੀਂ ਕੋਈ ਗਲਤ ਕੰਮ ਕਰਦੇ ਪਏ ਹਾਂ, ਪੈਰਾਂ ਦੇ ਨਾਲ ਮਾੜੇ ਪਾਸੇ ਚੱਲ ਕੇ ਜਾ ਰਹੇ ਹਾਂ। ਸੋ ਮਨ ਬਾਣੀ ਸਰੀਰ ਕਰਕੇ ਕਹਿੰਦੇ ਫੇਰ ਗੱਲ ਬਣ ਸਕਦੀ ਹੈ। ਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਿਕਾਈ। ਇੰਝ ਮਨ ਬਾਣੀ ਸਰੀਰ ਕਰਕੇ ਜਿਹੜੇ ਭਜਨ ਨਹੀਂ ਕਰਦੇ, ਕਬੀਰ ਸਾਹਿਬ ਜੀ ਕਹਿੰਦੇ ਉਹ ਸੰਸਾਰ ਦੇ ਵਿੱਚ ਡੁੱਬਦੇ ਨੇ, ਉਹ ਨਹੀਂ ਪਾਰ ਹੋ ਸਕਦੇ। ਤੇ ਜਿਹੜੇ ਸੰਸਾਰ ਵਿੱਚ ਡੁੱਬ ਰਹੇ ਨੇ ਉਹਨਾਂ ਦੀ ਗਿਣਤੀ ਬਹੁਤਾਤ ਹੈ, ਅਧਿਕਾਈ। ਨਾਮ ਜਪਣੇ ਵਾਲੇ ਬੜੇ ਨੇ, ਪਰ ਜੇ ਮਨ ਬਾਣੀ ਸਰੀਰ ਕਰਕੇ ਨਹੀਂ ਜਪਿਆ ਫਿਰ ਵੀ ਡੁੱਬ ਗਏ। ਜਪਿਆ ਕਾਹਦੇ ਵਾਸਤੇ? ਦੁਨਿਆਵੀ ਦਾਤਾਂ ਵਾਸਤੇ। ਕੋਈ ਵਿਪਤਾ ਪੈ ਗਈ, ਵਿਪਤਾ 'ਚੋਂ ਨਿਕਲਣ ਵਾਸਤੇ, ਮੋਕਸ਼ ਵਾਸਤੇ ਕੋਈ ਜਪਦਾ। ਜਿਹੜੇ ਬਹੁਤ ਘੱਟ ਹੁੰਦੇ ਨੇ ਵੀ ਹਾਂ ਮੁੜ ਕੇ ਜਨਮ ਨਾ ਹੋਵੇ। ਜਿਨ੍ਹਾਂ ਨੂੰ ਮੌਤ ਤੋਂ ਡਰ ਲੱਗੇਗਾ ਉਹਨਾਂ ਨੂੰ ਜਨਮ ਤੋਂ ਵੀ ਡਰ ਲੱਗੇਗਾ। ਮੌਤ ਭੁੱਲੀ ਹੋਈ ਹੈ, ਇਸ ਕਰਕੇ ਜਨਮ ਦੀਆਂ ਖੁਸ਼ੀਆਂ ਨੇ। ਮੌਤ ਭੁੱਲੀ ਹੋਈ ਹੈ ਨਾ, ਜਨਮ ਦਿਨ ਦੀਆਂ ਖੁਸ਼ੀਆਂ ਤਾਂ ਰਹੀ ਹੈ। ਮੌਤ ਚੇਤੇ ਆ ਜਾਵੇ ਕੋਈ ਜਨਮ ਦਿਨ ਹੀ ਨਾ ਮਨਾਵੇ, ਜੇ ਮੌਤ ਚੇਤੇ ਆ ਜਾਵੇ। ਇਹਨਾਂ ਦੋਨਾਂ ਨੂੰ ਯਾਦ ਰੱਖਣਾ ਚਾਹੀਦਾ ਤੇ ਦੋਨਾਂ ਨੂੰ ਹੀ ਖਤਮ ਕਰਨ ਲਈ ਬੇਨਤੀ ਕਰਨੀ ਚਾਹੀਦੀ, ਫਿਰ ਸੁੱਖ ਹੈ। ਉਂਝ ਸੁੱਖ ਨਹੀਂ ਹੈ। ਹੁਣ ਜਨਮ ਕੀ ਪਤਾ ਜਨਮ ਕਿੱਥੇ ਮਿਲਣਾ? ਮਨੁੱਖਾ ਜਨਮ ਵੀ ਮਿਲਿਆ, ਕੀ ਪਤਾ ਕਿੱਥੇ ਮਿਲ ਜਾਣਾ, ਕਿੱਦਾਂ ਦੀ ਸੰਗਤ ਮਿਲਣੀ ਹੈ। ਬੜੇ ਨੇ ਮਨੁੱਖ ਜਿਹੜੇ ਸ਼ਬਦ ਦੇ ਪੁਜਾਰੀ ਨਹੀਂ, ਕੋਈ ਮੜੀਆਂ ਨੂੰ ਮੰਨਦਾ, ਮਸਾਣਾਂ ਨੂੰ ਮੰਨਦਾ, ਕੋਈ ਪੱਥਰਾਂ ਨੂੰ ਪੂਜਦਾ। ਸੋ ਉਹ ਹੁਣ ਜਨਮ ਅਕਾਰਥ ਜਾਈ। ਜੇ ਸ਼ਬਦ ਦੇ ਲੜ ਲੱਗੇ ਹਾਂ ਫਿਰ ਜਨਮ ਸਫਲਾ ਹੁੰਦਾ ਹੈ। ਹੁਣ ਸ਼ਬਦ ਦੇ ਲੜ ਵੀ ਮਨ ਬਾਣੀ ਸਰੀਰ ਕਰਕੇ ਲੱਗਣਾ, ਐਵੇਂ ਦਾਤਾਂ ਵਾਸਤੇ ਨਹੀਂ। ਦਾਤਾਂ ਵਾਸਤੇ ਨਹੀਂ। ਦਾਤਾਂ ਤਾਂ ਇਸ ਨੂੰ ਮਿਲਣੀਆਂ ਹੀ ਮਿਲਣੀਆਂ, ਉਹ ਮਿਲਣੀਆਂ ਹੀ ਮਿਲਣੀਆਂ। ਉਹ ਇਹਦੇ ਕਰਮ 'ਚ ਲਿਖੀ ਹੋਈ ਹਰ ਇੱਕ ਤਰ੍ਹਾਂ ਦੀ ਦਾਤ। ਇਹਦੇ ਖਾਣ ਵਾਸਤੇ ਵੀ ਇਹਨੇ ਇੰਤਜ਼ਾਮ ਕੀਤਾ, ਪਹਿਨਣ ਵਾਸਤੇ ਵੀ ਇੰਤਜ਼ਾਮ ਕੀਤਾ, ਰਹਿਣ ਵਾਸਤੇ ਵੀ ਇੰਤਜ਼ਾਮ ਕੀਤਾ ਹੈ। ਇਹ ਤਾਂ ਸਭ ਕੁਝ ਦੇ ਕੇ ਭੇਜਿਆ। ਜੋ ਕੁਛ ਪਾਇਆ ਸੋ ਏਕਾ ਵਾਰ। ਜੋ ਕੰਮ ਕਰਨਾ ਉਹ ਇਹਨੇ ਛੱਡਿਆ ਹੋਇਆ, ਉਹ ਛੱਡਿਆ ਹੋਇਆ ਵੀ ਇੱਥੋਂ ਲੇਖੇ ਮੁਕਾਉਣੇ ਨੇ। ਉਹਦੇ ਵਾਸਤੇ ਫਿਰ ਦ੍ਰਿੜਤਾ ਚਾਹੀਦੀ ਹੈ। ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ। ਜਿਹੜੇ ਨਹੀਂ ਮਨ ਬਾਣੀ ਸਰੀਰ ਕਰਕੇ ਉਹਦਾ ਸਿਮਰਨ ਕਰਦੇ, ਕਹਿੰਦੇ ਬੂਢ ਤੇ ਅਧਿਕਾਈ, ਉਹ ਡੁੱਬ ਰਹੇ ਨੇ। ਦੂਸਰੀ ਬਾਤ ਇਹ ਆ ਵੀ ਇਹੋ ਜਿਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਵੱਧਦੀ ਜਾ ਰਹੀ ਹੈ, ਜਿਹੜੇ ਡੁੱਬਣੇ ਵਾਲਿਆਂ ਦੀ ਗਿਣਤੀ। ਰਹਾਓ ਬਨਤਾ ਸੁਤ ਦੇ ਗਰੇ ਸੰਪਤ ਸੁਖਦਾਈ। ਫਸ ਗਿਆ ਨਾ ਜੇ। ਇਸਤਰੀ ਹੈ, ਧੀਆਂ ਪੁੱਤਰ ਨੇ, ਦੇ ਇਹ ਸਰੀਰ ਆਪਣਾ, ਗ੍ਰਹਿ ਆਪਣਾ ਘਰ, ਅਤੇ ਘਰ ਨੂੰ ਭਰਨ 'ਤੇ ਲੱਗਾ ਹੋਇਆ ਸੰਪਤੀ। ਹੁਣ ਘਰ ਦੀ ਸੰਪਤੀ ਬਣਾਉਂਦਾ, ਘਰ ਨੂੰ ਭਰੀ ਜਾਣਾ ਇਹਨੇ, ਭਰੀ ਜਾਣਾ। ਇੱਕ ਘਰ ਬਣਾ ਲਿਆ, ਦੋ ਬਣਾ ਲਏ, ਤਿੰਨ ਬਣਾ ਲਏ। ਸੰਪਤੀ ਜਾਇਦਾਦ। ਇਹ ਸਮਝਦਾ ਵੀ ਸ਼ਾਇਦ ਇਹਨੇ ਮੈਨੂੰ ਸੁੱਖ ਦੇਣਾ, ਸੁੱਖਦਾਈ। ਇਹ ਸੁੱਖ ਦੇਣੇ ਵਾਲੇ ਨੇ, ਮੈਨੂੰ ਸੁੱਖ ਦੇਣਾ। ਪਰ ਕਬੀਰ ਸਾਹਿਬ ਜੀ ਕੀ ਕਹਿੰਦੇ ਨੇ? ਇਨ ਮੈਂ ਕਛ ਨਾਹੀਂ ਤੇਰੂ ਕਾਲ ਅਵਧ ਆਈ। ਬੜੀ ਮਿਹਨਤ ਦੇ ਨਾਲ ਇੰਨਾ ਕੁਛ ਬਣਾਉਂਦਾ, ਜੋੜਦਾ, ਬੜੀ ਮਿਹਨਤ ਮੁਸ਼ੱਕਤ ਕਰਦਾ ਮਨੁੱਖ। ਪਰ ਜਦੋਂ ਹੁੰਦਾ ਨਾ ਕਾਲ ਅਵਧ ਆਈ, ਜਦੋਂ
ਅੰਤ ਸਮਾਂ ਆਉਂਦਾ, ਆਖਰੀ ਸਮਾਂ ਜਦੋਂ, ਉਦੋਂ ਇਹਨਾਂ ਵਿੱਚੋਂ ਕੁਝ ਵੀ ਇਸ ਦਾ ਨਹੀਂ ਬਣਦਾ। ਇਨ ਮੈਂ ਕਛ ਨਾਹੀਂ ਤੇਰੋ। ਇਸੇ ਕਰਕੇ ਅੱਜ ਤੱਕ ਕੋਈ ਵੀ ਮਹਿਲ ਮਾੜੀਆਂ ਖਜ਼ਾਨੇ ਜੀ ਜ਼ਮੀਨਾਂ ਜਾਇਦਾਦਾਂ ਆਪਣੇ ਨਾਲ ਨਹੀਂ ਲੈ ਕੇ ਜਾ ਸਕਿਆ। ਸਾਰਾ ਕੁਝ ਇੱਥੇ ਹੀ ਛੱਡ ਕੇ ਜਾਂਦਾ। ਸੋ ਤਦੇ ਹੀ ਕਬੀਰ ਸਾਹਿਬ ਨੇ ਕਹਿ ਦਿੱਤਾ, ਕਹਿੰਦੇ ਖਸਮ ਮਰੈ ਤਾਂ ਨਾਰ ਨਾ ਰੋਵੈ। ਕਿਉਂਕਿ ਉਹਦਾ ਰਖਵਾਲਾ ਜਿਹੜਾ ਹੁੰਦਾ ਨਾ ਔਰੋ ਹੋਵੇ। ਜਦੋਂ ਮਾਇਆ ਦਾ ਮਾਲਕ ਮਰਦਾ, ਜ਼ਮੀਨਾਂ ਵਾਲਾ, ਜਾਇਦਾਦਾਂ ਵਾਲਾ, ਧਨ ਦੌਲਤ ਵਾਲਾ, ਖਜ਼ਾਨਿਆਂ ਵਾਲਾ ਜਦੋਂ ਮਰਦਾ ਤੇ ਕੀ ਉਹਦੀ ਸੰਪਤੀ ਰੋਂਦੀ ਹੈ? ਜਿਹੜਾ ਉਹਨੇ ਪੈਸਾ ਜੋੜਿਆ ਉਹ ਰੋਂਦਾ? ਉਹਦੀ ਦੌਲਤ ਰੋਂਦੀ ਹੈ? ਮਾਇਆ ਰੋਂਦੀ ਹੈ? ਨਹੀਂ ਰੋਂਦੀ ਕਹਿੰਦੇ, ਕਿਉਂਕਿ ਉਸ ਦੀ ਸੰਪਤੀ ਨੂੰ ਸਾਂਭਣੇ ਵਾਲੇ ਹੋਰ ਬੜੇ ਇਕੱਠੇ ਹੋ ਜਾਂਦੇ ਨੇ। ਇੱਕ ਮਰਿਆ ਨਾ, ਇੱਕ ਦੀ ਜਗ੍ਹਾ 4-5 ਖੜੇ ਹੋ ਗਏ। ਪਿਓ ਦੀ ਬਣਾਈ ਹੋਈ ਜਾਇਦਾਦ ਸਾਂਭਣ ਲਈ ਇੱਕਦਮ ਖੜੇ ਨੇ ਸਾਰੇ, ਪਰ ਪਿਓ ਨੂੰ ਸਾਂਭਣ ਵਾਸਤੇ ਕੋਈ ਤਿਆਰ ਨਹੀਂ, ਉਹਨੂੰ ਸਾਂਭਣ ਲਈ ਕੋਈ ਤਿਆਰ ਨਹੀਂ। ਇਹ ਹੈ ਦਸਤੂਰ ਹੈ ਦੁਨੀਆ ਦਾ, ਦੇਖਣ ਵਿੱਚ ਆਇਆ ਹੀ ਹੈ, ਵਰਤਦੀ ਪਈ ਹੈ। ਹੱਡ ਬੀਤੀਆਂ, ਜੱਗ ਬੀਤੀਆਂ ਸਾਰਿਆਂ ਦੇ, ਜਿੱਥੇ ਮਰਜ਼ੀ ਸੁਣ ਲਓ, ਇਹ ਘਰਾਂ ਘਰਾਂ ਦੇ ਕਿੱਸੇ ਨੇ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਭਾਈ ਇਹਨਾਂ ਵਿੱਚੋਂ ਕੁਝ ਵੀ ਤੇਰਾ ਨਹੀਂ ਹੋਵੇਗਾ ਜਦੋਂ ਅੰਤ ਸਮਾਂ ਆਵੇਗਾ। ਤੇਰਾ ਹੋਵੇਗਾ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ। ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸਮਾਂ ਕੱਢ ਕੇ ਉਹ ਜਪ ਲਾ, ਬਾਣੀ ਪੜ੍ਹ ਲੈ, ਇਹਨੇ ਹੀ ਤੇਰੀ ਸਹਾਇਤਾ ਕਰਨੀ ਹੈ। ਅਜਾ ਮਲ ਗਜ ਗਨਿਕਾ ਪਤਿਤ ਕਰਮ ਕੀਨੇ। ਅਜਾ ਮਲ, ਸੋ ਇੱਕ ਬ੍ਰਾਹਮਣ ਸੀ, ਬੜਾ ਵਿਦਵਾਨ ਸੀ, ਪਰ ਮਾੜੀ ਸੰਗਤ ਪੈਣ ਕਰਕੇ ਵੇਸਵਾਗਾਮੀ ਹੋ ਗਿਆ। ਵੇਸਵਾਗਾਮੀ। ਰਾਜੇ ਨੇ ਹੋਰ ਵੀ ਸਿਆਣਿਆਂ ਬੰਦਿਆਂ ਨੇ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮ ਵਾਸ਼ਨਾ ਵਿੱਚ ਅੰਨਾ ਹੋਇਆ। ਨਾ ਤਾਂ ਆਪਣੀ ਘਰ ਵਾਲੀ ਦੀ ਗੱਲ ਸਮਝੀ, ਨਾ ਰਾਜੇ ਦੀ ਗੱਲ ਸਮਝੀ, ਨਾ ਹੋਰ ਸਿਆਣਿਆਂ ਦੀ ਗੱਲ ਸਮਝੀ। ਫਿਰ ਉਹਦੇ ਕੋਲ ਸਾਰਾ ਧਨ ਦੌਲਤ ਜ਼ਬਤ ਕਰਕੇ ਉਹਨੂੰ ਜੰਗਲ ਵਿੱਚ ਭੇਜ ਦਿੱਤਾ ਹੈ। ਬ੍ਰਾਹਮਣ ਸੀ, ਵੇਦ ਪੜ੍ਹਨੇ ਵਾਲਾ, ਕਥਾ ਕਰਨੇ ਵਾਲਾ, ਲੋਕਾਂ ਨੂੰ ਸਮਝਾਉਣੇ ਵਾਲਾ, ਸੋ ਆਪ ਫਸ ਗਿਆ। ਜਾਨਵਰਾਂ ਨੂੰ ਮਾਰ ਮਾਰ ਕੇ ਖਾਂਦਾ ਹੁੰਦਾ ਹੈ। ਪਰ ਜਦੋਂ ਸਮਾਂ ਆਇਆ ਇਹਦਾ ਵੀ ਭਾਰ ਉਤਾਰਾ ਹੋ ਗਿਆ। ਘਰ ਵਿੱਚ ਸਾਧੂ ਆ ਗਏ, ਵੈਸ਼ਨੂੰ ਭੋਜਨ ਤਿਆਰ ਹੋਇਆ। ਰੋ ਰੋ ਕੇ ਆਪਣਾ ਹਾਲ ਦੱਸਿਆ, ਰੋ ਰੋ ਕੇ ਵੀ ਬੜੀ ਮੰਦੀ ਹਾਲਤ ਆ, ਹੁਣ ਮੇਰਾ ਵੀ ਭਾਰ ਉਤਾਰਾ ਕਰ ਦਿਓ। ਕਹਿੰਦੇ ਪੁੱਤਰ ਜਨਮਣਾ, ਹੁਣ ਪੁੱਤਰ ਜੰਮਣਾ ਤੇਰੇ, ਉਹਦਾ ਨਾਂ ਨਰੈਣ ਰੱਖ ਦੇਈਂ। ਨਰੈਣ ਰੱਖਿਆ, ਬੜਾ ਪਿਆਰ ਉਸ ਦੇ ਨਾਲ। ਜਦੋਂ ਆਖਰੀ ਸਮਾਂ ਆਇਆ, ਜੰਮ ਦਿਸੇ ਤੇ ਜਮਾਂ ਤੋਂ ਡਰਦੇ ਮਾਰੇ ਨੇ ਨਰੈਣ ਪੁੱਤਰ ਨੂੰ ਪੁਕਾਰਿਆ ਸੀ, ਪਰ ਉਹ ਨਾਂ ਸੁਣ ਕੇ ਜੰਮ ਭੱਜ ਗਿਆ ਸੀ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਸੋ ਜਿੱਥੇ ਉਹਦਾ ਨਾਮ ਹੁੰਦਾ ਨਾ, ਉੱਥੇ ਜੰਮ ਨਹੀਂ ਕੁਛ ਕਰ ਸਕਦੇ, ਜੰਮ ਨਹੀਂ ਆ ਸਕਦੇ। ਫਿਰ ਅਜਾ ਮਲ ਪਹਿਲੋਂ ਸੋ ਗਲਤ ਸੰਗਤ 'ਚ ਪਿਆ, ਅਤੇ ਦੇਖੋ ਫਿਰ ਉਹਨੂੰ ਤਾਰ ਦਿੱਤਾ, ਉਹਦਾ ਪਾਰ ਉਤਾਰਾ ਹੋ ਗਿਆ। ਇੱਦਾਂ ਹੀ ਗਣਕਾ ਵੇਸਵਾ, ਉਹਦਾ ਆਧਾਰ ਇੱਕ ਸਾਧੂ ਦੁਆਰਾ ਹੋਇਆ। ਉਹਨੂੰ ਦੇਖ ਕੇ ਵੀ ਹਾਂ ਵੀ ਇਹਨੂੰ ਤਾਂ ਸੰਗਤ ਚਾਹੀਦੀ ਹੈ, ਪਰ ਸੰਗਤ ਮੈਂ ਨਹੀਂ ਇਹਨੂੰ ਦੇ ਸਕਦਾ, ਮੈਂ ਨਹੀਂ ਇਹਨੂੰ ਦੇ ਸਕਦਾ। ਉਹਨੇ ਤੋਤਾ ਦੇ ਦਿੱਤਾ ਸੀ ਇਹਨੂੰ, ਤੋਤੇ ਦੇ ਨਾਲ ਸੰਗਤ ਕਰਿਆ ਕਰ। ਪਰ ਤੋਤੇ ਦੇ ਨਾਲ ਸੰਗਤ ਕੀਤੀ, ਰਾਮ ਨਾਮ ਦ੍ਰਿੜ ਹੋ ਗਿਆ, ਉਹਦਾ ਪਾਰ ਉਤਾਰਾ ਹੋ ਗਿਆ। ਗਜ, ਇਹ ਵੀ ਇੱਕ ਗੰਧਰਵ ਸੀ, ਜਿਹੜਾ ਗਜ, ਗਜ ਹਾਥੀ ਨੂੰ ਕਿਹਾ ਜਾਂਦਾ। ਗਜ ਹਸਤੀ ਕੇ ਪ੍ਰਾਨ ਉਧਾਰੀ ਹੈ ਲਈ ਗੰਧਰਵ ਸੀ, ਪਰ ਸ਼ਰਾਬ ਕਰਕੇ ਹਾਥੀ ਬਣਦਾ। ਜਦੋਂ ਨਦੀ 'ਚ ਪਾਣੀ ਪੀਣ ਜਾਂਦਾ, ਤੇਂਦੂਆ ਇਸ ਨੂੰ ਫੜਦਾ, ਪਰ ਪਿਛਲਾ ਗਿਆਨ ਹੋਇਆ। ਗੁਰੂ ਤੇਗ ਬਹਾਦਰ ਜੀ ਨੇ ਵੀ ਮਿਸਾਲ ਦਿੱਤੀ ਹੈ, ਉਸ ਦਾ ਵੀ ਪਾਰ ਉਤਾਰਾ ਹੋਇਆ। ਜਿਹੜੇ ਡਿੱਗ ਚੁੱਕੇ ਸੀ ਨਾ
ਮਾੜੇ ਕਰਮਾਂ ਦੇ ਵਿੱਚ ਪਰਮਾਤਮਾ ਪਰਮੇਸ਼ਰ ਦੇ ਨਾਮ ਨੇ ਉਹਨਾਂ ਦਾ ਪਾਰ ਉਤਾਰਾ ਕਰ ਦਿੱਤਾ। ਪਤਿਤ ਕਰਮ ਕੀਨੇ, ਇਹਨਾਂ ਨੇ ਪਤਿਤ ਕਰਮ ਕੀਤੇ। ਤੇ ਉਤਰ ਪਾਰ ਪਰੇ ਰਾਮ ਨਾਮ ਲੀਨੇ, ਇਹਨਾਂ ਦਾ ਕਿੱਦਾਂ ਪਾਰ ਉਤਾਰਾ ਹੋਇਆ? ਕਬੀਰ ਸਾਹਿਬ ਜੀ ਕਹਿੰਦੇ ਨਾਮ ਜਪਿਆ। ਭਾਈ ਜਿਹੜੇ ਮਾੜੇ ਕੰਮਾਂ ਦੇ ਨਾਲ ਲਿਬੜ ਚੁੱਕੇ ਸੀ, ਪਤਿਤ ਹੁੰਦਾ ਜਿਹੜਾ ਡਿੱਗ ਗਿਆ, ਉਹਨੂੰ ਪਤਿਤ ਕਿਹਾ ਜਾਂਦਾ, ਡਿੱਗ ਚੁੱਕਾ, ਲਿਬੜ ਚੁੱਕਾ। ਸੋ ਇਹਨਾਂ ਦਾ ਪਾਰ ਉਤਾਰਾ ਕਰ ਦਿੱਤਾ ਪਰਮਾਤਮਾ ਪਰਮੇਸ਼ਰ ਦੇ ਨਾਮ ਨੇ। ਸਾਡਾ ਕਿਉਂ ਨਹੀਂ ਪਾਰ ਉਤਾਰਾ ਹੋ? ਜਿਹੜਾ ਸੰਜਮੀ ਜੀਵਨ ਜਿਉਂਦਾ ਪਿਆ, ਜਿਹਦਾ ਧਾਰਮਿਕ ਜੀਵਨ ਜੀ ਰਿਹਾ ਹੈ, ਜਿਹਨੂੰ ਸੋਝੀ ਹੈ, ਸੰਜਮੀ ਜੀਵਨ ਹੈ ਜਿਸ ਦਾ, ਅਤੇ ਜੇ ਥੋੜ੍ਹੀ ਜਿਹੀ ਹੋਰ ਹਿੰਮਤ ਕਰ ਲਵੇ, ਬਸ ਇੰਨਾ ਹੀ ਕਹਿਣਾ ਵੀ ਮੈਂ ਨਹੀਂ ਕਰਦਾ, ਤੂੰ ਕਰਾਉਣਾ, ਮੈਂ ਦੀ ਜਗ੍ਹਾ 'ਤੇ ਤੂੰ 'ਤੇ ਆ ਜਾਵੇ। ਜਿਹੜਾ ਧਾਰਮਿਕ ਬੰਦਾ ਹੈ, ਮੈਂ ਕਰਕੇ ਇਹਦੇ ਜਨਮ ਮਰਨ ਦੇ ਗੇੜ ਨੇ। ਹਉਮੈ ਕਰ ਜਗ ਉਪਜੈ ਪੁਰਖਾ, ਇਹ ਹਉਮੈ ਕਰਕੇ ਜਨਮ ਹੋ ਰਿਹਾ ਬਾਰ-ਬਾਰ। ਅਤੇ ਮੈਂ ਛੱਡ ਦੇਵੇ, ਤੂੰ 'ਤੇ ਆ ਜਾਵੇ ਵੀ ਤੂੰ ਕਰਦਾ, ਤੂੰ ਕਰਾਉਣਾ, ਅਤੇ ਇਹਦੇ ਨਾਲ ਹੀ ਕਹਿੰਦੇ ਤੇਰਾ ਵੀ ਪਾਰ ਉਤਾਰਾ ਹੋ ਜਾਵੇਗਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਸ਼ੂਕਰ ਕੂਕਰ ਜੋਨ ਭ੍ਰਮੇ ਤੋ ਲਾਜ ਨਾ ਆਈ। ਇਹ 84 ਦਾ ਗੇੜ ਪੈਂਦਾ ਜਦੋਂ, ਇੱਥੇ ਤਾਂ ਸ਼ੂਕਰ ਕੂਕਰ ਕਿਹਾ ਨਾ, ਸੂਰ ਅਤੇ ਕੁੱਤਾ। ਜਦੋਂ 84 ਦਾ ਗੇੜ ਪੈਂਦਾ ਉਦੋਂ ਤਾਂ ਫਿਰ ਸਾਰੀਆਂ ਜੋਨਾਂ ਵਿੱਚੋਂ ਲੰਘਣਾ ਪੈਂਦਾ, ਫਿਰ ਤਾਂ ਸਾਰੀਆਂ ਜੋਨਾਂ ਦੇ ਵਿੱਚੋਂ। ਹੁਣ ਮੂਲਾ ਖੱਤਰੀ, ਇਹਦੇ ਨਾਲ ਕੀ ਹਾਲ ਹੋਇਆ ਸੀਗਾ? ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ 10ਵੇਂ ਜਾਮੇ ਤਾਈਂ ਇਹਦੇ ਸਾਰੇ ਜਨਮ ਜਿਹੜੇ ਸੀ ਖੁੱਡਾਂ 'ਚ ਬਣਨ ਵਾਲੇ ਸੀ, ਖੁੱਡਾਂ ਵਿੱਚ, ਕਿਉਂਕਿ ਖੁੱਡ 'ਚ ਹੀ ਬੜਿਆ ਸੀ ਜਦੋਂ ਝੂਠ ਬੋਲਿਆ ਸੀ, ਲੋਗਿਆ ਸੀ ਵੀ ਹੈ ਨਹੀਂ ਇੱਥੇ। ਉਹ ਜਿਹੜੀਆਂ ਪਾਥੀਆਂ ਦੀ ਗੂੜੀ ਹੁੰਦੀ, ਜਿਹ 'ਚ ਪਾਥੀਆਂ ਰੱਖਣੀਆਂ, ਅਤੇ ਸੱਪ ਲੜਿਆ, ਮਰ ਗਿਆ। ਲੁਕਣ ਵਾਲੀਆਂ ਜੋਨਾਂ ਮਿਲੀਆਂ, ਫਿਰ ਲੁਕਣ ਵਾਲੀਆਂ ਜ਼ਮੀਨ ਵਿੱਚ, ਧਰਤੀ ਵਿੱਚ ਖੁੱਡਾਂ ਕੱਢ ਕੇ, ਥੋੜ੍ਹੀਆਂ ਜੋਨਾਂ ਨੇ ਕਿਤੇ, ਜਿਹੜੀ ਧਰਤੀ ਦੇ ਵਿੱਚ ਖੁੱਡਾਂ ਕੱਢ ਕੇ ਜਿੰਦੇ ਨੇ। ਇੱਕ ਮਿੱਟੀਆ ਮੈਂ ਮਿੱਟੀ ਖਾਏ, ਮਿੱਟੀ ਖੁਰਾਕ ਹੁੰਦੀ ਫਿਰ ਉਹਨਾਂ ਦੀ, ਖਾਂਦੇ ਰਹਿੰਦੇ ਨੇ ਜੀ। ਸੋ ਇਹ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਇਹਨਾਂ ਟੇਢੀਆਂ ਜੋਨਾਂ ਵਿੱਚ ਘੁੰਮਿਆ ਆ, ਅਜੇ ਤਾਂ ਤੈਨੂੰ ਸ਼ਰਮ ਨਹੀਂ ਆਈ, ਅਜੇ ਵੀ ਫਿਰ ਮਾੜੇ ਕਰਮ ਕਰਨ 'ਤੇ ਲੱਗਾ ਹੋਇਆ। ਰਾਮ ਨਾਮ ਛਾੜ ਅੰਮ੍ਰਿਤ ਕਾਹੇ ਭਿਖ ਖਾਈ। ਪਰਮਾਤਮਾ ਪਰਮੇਸ਼ਰ ਦਾ ਨਾਮ ਅੰਮ੍ਰਿਤ, ਇਹਨੂੰ ਕਿਉਂ ਛੱਡ ਦਿੱਤਾ? ਗੁਰਬਾਣੀ ਅੰਮ੍ਰਿਤ ਹੈ। ਕਥਾ ਕੀਰਤਨ, ਗੁਰੂ ਕੀਆਂ ਕਹਾਣੀਆਂ, ਸਾਖੀਆਂ ਅੰਮ੍ਰਿਤ ਨੇ। ਸੋ ਇਹਨਾਂ ਨੂੰ ਪੜ੍ਹਿਆ ਕਰ, ਸ਼ਰਵਣ ਕਰਿਆ ਕਰ, ਵਿਚਾਰ ਕਰਿਆ ਕਰ। ਕਿਸੇ ਸਾਖੀ ਦੀ ਵਿਚਾਰ ਕਰਨੀ ਤੇ ਆਪਣਾ ਜੀਵਨ ਦੇਖ ਲਿਆ ਕਰ ਨਾ। ਅਸੀਂ ਕੀ ਦੇਖਦੇ? ਸਾਖੀ ਦੀ ਵਿਚਾਰ ਤਾਂ ਕਰਦੇ, ਪਰ ਦੇਖਦੇ ਮਿਥਿਆਸ ਲੱਗਦੀ ਖਣਾ, ਇਹ ਨਹੀਂ ਹੋ ਸਕਦਾ। ਅਸੀਂ ਇੱਦਾਂ ਵਿਚਾਰਦੇ ਹਾਂ, ਸਿੱਧਾ ਨਹੀਂ ਕਦੀ ਵਿਚਾਰਿਆ ਵੀ ਇਹ ਸਾਖੀ 'ਚ ਇਵੇਂ ਹੈ ਅਤੇ ਮੇਰਾ ਜੀਵਨ ਕਿੱਥੇ ਹੈ। ਮੈਂ ਤਾਂ ਫਿਰ ਨਾ ਬਹੁਤ ਥੱਲੇ ਹਾਂ, ਆਪਣਾ ਜੀਵਨ ਨਹੀਂ ਕਦੀ ਤੋਲਿਆ। ਸਾਖੀ ਨੂੰ ਤੋਲਦੇ ਹਾਂ, ਕਹਿੰਦਾ ਮਿਥਿਆਸ ਹੈ, ਮਿਥਿਆਸ ਤਾਂ ਸਾਰਾ ਸੰਸਾਰ ਹੈ। ਮਹਾਰਾਜ ਨੇ ਸਾਰੇ ਸੰਸਾਰ ਨੂੰ ਮਿੱਥ ਕਿਹਾ ਹੋਇਆ। ਸੁਪਨਾ ਕੀ ਹੈ? ਮਿੱਥ ਹੈ। ਸੁਪਨਾ ਇਹ ਸੰਸਾਰ, ਸੱਚੇ ਪਾਤਸ਼ਾਹ ਕਹਿੰਦੇ ਸੁਪਨਾ ਸਾਰਾ ਸੰਸਾਰ। ਅਤੇ ਫਿਰ ਇਹਨਾਂ 'ਤੇ ਕਿਉਂ ਯਕੀਨ ਕਰਦੇ? ਆਪਣੇ ਰਿਸ਼ਤੇ ਨਾਤੇ, ਮਹਾਰਾਜ ਕਹਿੰਦੇ ਸਭ ਕੁਝ ਮਿੱਥ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਕਿਉਂ? ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਕੀ ਔਰਤ ਅਤੇ ਕੀ ਮਿੱਤਰ, ਸਭ ਆਪਣੇ ਸੁੱਖਾਂ ਨੂੰ ਲੱਗੇ ਹੋਏ ਹੁੰਦੇ ਨੇ। ਕੋਈ ਸੰਸਾਰ ਛੱਡਦਾ, ਕੋਈ ਪਰਿਵਾਰ ਛੱਡਦਾ, ਅਤੇ ਵਿੱਚ ਸਾਖੀ 'ਚੋਂ ਕੋਈ ਉਪਦੇਸ਼ ਮਿਲਦਾ ਪਿਆ ਅਤੇ ਉਹ ਉਪਦੇਸ਼ ਲੈਣਾ ਚਾਹੀਦਾ, ਉਹ ਉਪਦੇਸ਼ ਲੈ ਲੈਣਾ ਚਾਹੀਦਾ। ਬੜੇ ਨੇ ਜਿਹੜੇ ਸੁਪਨੇ ਵਿੱਚ ਹੋਈ ਘਟਨਾ ਤੋਂ ਵੀ ਉਪਦੇਸ਼ ਲੈਂਦੇ ਨੇ। ਕਈ ਸੁਪਨੇ ਨੂੰ ਇਵੇਂ ਜਾਣ ਦਿੰਦੇ ਨੇ, ਇਹ ਤਾਂ ਸੁਪਨਾ ਹੀ ਸੀ ਨਾ। ਅਤੇ ਕਈ ਸੁਪਨੇ ਤੋਂ ਵੀ ਉਪਦੇਸ਼ ਲੈ ਲੈਂਦੇ ਨੇ ਵੀ ਸੁਪਨੇ ਵਿੱਚ ਆਹ ਦੇਖਿਆ ਅਤੇ ਮੈਂ ਇੰਝ ਕਰਾਂ,
ਉਪਦੇਸ਼ ਲੈ ਲਿਆ, ਉਪਦੇਸ਼ ਲੈਣ ਦੀ ਕਿਹੜੀ ਗੱਲ ਹੈ। ਉਪਦੇਸ਼ ਤਾਂ ਕਿਸੇ ਤੋਂ ਵੀ ਲਿਆ ਜਾ ਸਕਦਾ ਜਿਹਦੇ ਨਾਲ ਮੈਨੂੰ ਸਹੀ ਰਾਹ ਪ੍ਰਾਪਤ ਹੋ ਜਾਵੇ। ਇਸ ਕਰਕੇ ਮਹਾਂਮਾਰਾ ਨੇ ਜਿਹੜੇ ਦ੍ਰਿਸ਼ਟਾਂਤ ਦਿੱਤੇ ਨੇ ਪਸ਼ੂ ਪਕਸ਼ੀਆਂ ਦੇ ਨੇ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਬਬੀਹੇ ਦੀਆਂ ਗੱਲਾਂ ਕੀਤੀਆਂ, ਮੱਛੀ ਦੀਆਂ ਗੱਲਾਂ ਕੀਤੀਆਂ, ਹਰਨ ਦੀਆਂ ਗੱਲਾਂ ਕੀਤੀਆਂ, ਸੋ ਚੱਕਵੀ ਦੀਆਂ, ਹਾਂਜੀ, ਚਕੋਰ ਦੀਆਂ ਗੱਲਾਂ। ਇਹ ਤਾਂ ਮਹਾਰਾਜ ਨੇ ਜਿਹੜੇ ਦ੍ਰਿਸ਼ਟਾਂਤ ਸਾਰੇ ਦਿੱਤੇ ਹੋਏ ਨੇ ਉਹਨਾਂ 'ਚ ਕੋਈ ਉਪਦੇਸ਼ ਦਿੰਦਾ, ਬੋਲ ਕੇ ਉਪਦੇਸ਼ ਦਿੰਦਾ ਸਾਨੂੰ। ਕਦੀ ਚਕੋਰ ਨੇ ਆਪਣੇ ਬਾਰੇ ਕਿਹਾ, ਕਦੀ ਮੱਛੀ ਨੇ ਕੋਈ ਗੱਲ ਕੀਤੀ, ਕਦੀ ਬਬੀਹੇ ਨੇ ਕੋਈ ਗੱਲ ਕੀਤੀ। ਹੁਣ ਤਾਂ ਆਪਣੀ ਪਿਆਸ ਲੱਗੀ ਹੋਈ ਹੈ, ਕਹਿੰਦਾ ਮੈਂ ਮਰ ਚੱਲਿਆ ਪਾਣੀ। ਉਹ ਤਾਂ ਦ੍ਰਿਸ਼ਟਾਂਤ ਦੇ ਕੇ ਸਮਝਾਤਾ ਕਿ ਅਤੇ ਫਿਰ ਅਸੀਂ ਕੋਈ ਕਥਾ, ਕੋਈ ਕਹਾਣੀ ਐਸੀ ਹੈ ਜਿਹਦੇ 'ਚ ਮੈਨੂੰ ਉਪਦੇਸ਼ ਮਿਲਦਾ ਹੋਵੇ, ਕਿਉਂ ਨਹੀਂ ਲੈਣਾ ਚਾਹੀਦਾ? ਲੈ ਲੈਣਾ ਚਾਹੀਦਾ, ਜੀਵਨ ਬਣਦਾ। ਕਹਿੰਦੇ ਦੱਸ ਬਿੱਖ ਖਾਂਦਾ। ਹੁਣ ਆ ਜੋ ਕੁਝ ਮੂਵੀਆਂ 'ਚ ਆ ਉਹ ਸੱਚਾਈ ਹੈ? ਜਿਹਨੂੰ ਬੜੇ ਚਾਅ ਦੇ ਨਾਲ ਵੇਖਦਾ, ਸੀਰੀਅਲ ਵੇਖਦਾ, ਮੂਵੀਆਂ ਵੇਖਦਾ, ਡਰਾਮੇ ਵੇਖਦਾ, ਕਿਹੜੀ ਸੱਚਾਈ ਹੈ? 100 ਵਾਰੀ ਮਰਦੇ ਅਤੇ 100 ਵਾਰੀ ਜੰਮਦੇ। ਕਦੀ ਕਿਸੇ ਦੀ ਭੈਣ ਬਣ ਜਾਂਦੀ, ਕੋਈ ਕਿਸੇ ਦਾ ਭਰਾ ਬਣ ਜਾਂਦਾ। ਕੋਈ ਸੱਚਾਈ ਹੈ? ਸੁਧਾ ਹੀ ਨਿਰਾ ਹੀ ਝੂਠ ਹੈ ਜਿਹਨੂੰ ਬੜੇ ਚਾਅ ਦੇ ਨਾਲ ਇਹ ਵੇਖਦਾ। ਉਹ ਮਿੱਥ ਨਹੀਂ ਹੈ ਨਾ, ਉਹਨੂੰ ਸੱਚ ਮੰਨੀ ਬੈਠਾ। ਅੰਬ ਨੂੰ ਨਿੰਮ ਸਮਝਿਆ ਹੋਇਆ ਅਤੇ ਨਿੰਮ ਨੂੰ ਅੰਬ ਸਮਝਿਆ ਹੋਇਆ। ਆਮ ਭਿਓ ਨੀਮ, ਨੀਮ ਭਿਓ ਅੰਬਾ, ਕੇਲਾ ਪਾਕਾ ਚਾਰ। ਆਹ ਹਾਲਤ ਹੈ ਸੰਸਾਰ ਦੇ ਲੋਕਾਂ ਦੀ। ਕਹਿੰਦੇ ਤਜ ਭਰਮ ਕਰਮ ਬਿਦਨ ਖੇਦ, ਰਾਮ ਨਾਮ ਲਈ। ਉਹ ਕਹਿੰਦੇ ਭਰਮ ਛੱਡ ਦੇ, ਕਬੀਰ ਸਾਹਿਬ ਜੀ ਕਹਿੰਦੇ ਹਨ। ਅਤੇ ਕਰਮ ਜਿਹੜੇ ਆ ਬਿਦ ਨਖੇਦ, ਦੋ ਪ੍ਰਕਾਰ ਦੇ ਨਾਲ ਕੰਮ ਕਰਦੇ ਨੇ। ਜਿਹੜਾ ਤਾਂ ਵਿਧੀ ਅਨੁਸਾਰ ਕੰਮ ਕਰਦਾ ਵੀ ਧਰਮ ਇੱਦਾਂ ਕਹਿੰਦਾ, ਮਰਜ਼ਾਦਾ ਇੱਦਾਂ ਕਹਿੰਦੀ ਹੈ, ਉਹ ਫਸ ਗਿਆ ਮਰਜ਼ਾਦਾ 'ਚ। ਦੂਜਾ ਹੈ ਬਿਦ ਨਖੇਦ, ਜਿਹੜਾ ਧਰਮ ਤੋਂ ਉਲਟ ਹੈ। ਹੁਣ ਜਿਹੜਾ ਤਾਂ ਵਿਧੀ ਅਨੁਸਾਰ ਮਰਜ਼ਾਦਾ 'ਚ ਕੰਮ ਕਰਦਾ, ਧਰਮ 'ਚ, ਉਹਨੇ ਜਿਹੜਾ ਬਿਦ ਨਖੇਦ ਕੰਮ ਕਰਦਾ ਉਹਦੀ ਰੱਜ ਕੇ ਨਿੰਦਿਆ ਕਰਨੀ। ਧਰਮ ਤੋਂ ਉਲਟ ਕੰਮ ਕਰੀ ਜਾਂਦਾ। ਇੱਦਾਂ ਮਰਜ਼ਾਦਾ ਕਹਿੰਦੀ ਹੈ, ਮਰਜ਼ਾਦਾ ਤੋਂ ਉਲਟ ਚੱਲਦਾ ਪਿਆ। ਕਬੀਰ ਨੇ ਦੋਨਾਂ ਨੂੰ ਹੀ ਝਟਕ ਦਿੱਤਾ। ਦੋਨਾਂ ਬਾਰੇ ਕਹਿੰਦੇ ਭਰਮ 'ਚ ਪਏ ਹੋਏ ਹੋ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਵੀ ਇਹ ਕਹਿੰਦੇ ਨਾ, ਜਿਹਨੇ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਓ। ਜੇ ਪ੍ਰੇਮ ਹੀ ਨਹੀਂ ਹੈ ਤੇਰੀ ਮਰਜ਼ਾਦਾ ਕੀ ਕਰੂਗੀ? ਜਿਹੜੇ ਧਰਮ ਦੇ ਕਰਮ ਕਰਦਾ ਨੇ ਇਹਨੂੰ ਧਰਮ ਕਰਮ ਪਖੰਡ ਜੋ ਦੀਸੈ, ਤੇ ਜਮ ਜਗਾਤੀ ਲੂਟੈ। ਉਹਨੂੰ ਸਿੱਧਾ ਪਖੰਡ ਕਹਿ ਦਿੱਤਾ ਹੈ ਜੇ ਪ੍ਰੇਮ ਹੀ ਨਹੀਂ ਹੈ। ਇਹ ਤਾਂ ਬਿਦ ਨਿਖੇਧ ਤਾਂ ਹੈ, ਜਿਹੜੇ ਧਰਮ ਅਨੁਸਾਰ ਨਹੀਂ ਕਰਮ ਉਹ ਕਰਨੇ ਵਾਲੇ। ਪਰ ਇੱਕ ਗੱਲ ਜ਼ਰੂਰ ਹੁੰਦੀ, ਉਹਨਾਂ ਨੂੰ ਭੈ ਜ਼ਰੂਰ ਹੁੰਦਾ, ਭੈ ਹੁੰਦਾ, ਡਰ ਹੁੰਦਾ। ਜਿਹੜੇ ਧਾਰਮਿਕ ਲੋਕ ਨੇ, ਮਰਜ਼ਾਦਾ ਪਾਲ ਰਹੇ ਨੇ, ਪਿਆਰ ਨਹੀਂ ਆ ਉਹਨਾਂ 'ਚ, ਅੰਦਰ ਭੈ ਅਦਬ ਸਤਿਕਾਰ ਨਹੀਂ ਹੁੰਦਾ, ਉਹ ਉਦੋਂ ਥੱਲੇ ਡਿੱਗ ਜਾਂਦੇ ਹੁੰਦੇ ਨੇ। ਜੇ ਧਰਮ ਅਨੁਸਾਰ ਕਰਮ ਕਰਦਾ, ਮਨ 'ਚ ਪ੍ਰੇਮ ਹੋਣਾ ਚਾਹੀਦਾ। ਭਰਮ ਇਹ ਛੱਡ ਦੇ, ਭਰਮ ਨਾ ਪਾਲੀ ਕਿਤੇ। ਜਿਹੜਾ ਧਰਮ ਕਮਾਉਂਦਾ, ਜਿਹੜਾ ਧਰਮ ਅਨੁਸਾਰ ਮਰਜ਼ਾਦਾ ਅਨੁਸਾਰ ਚੱਲਦਾ ਪਿਆ, ਇਹ ਨਹੀਂ ਤਾਰਨਾ, ਉਹ ਬਿਦ ਨਖੇਦ ਵਾਲਾ ਵੀ ਤਰਦਾ। ਅਜਾਮਲ ਨੇ ਕਿਹੜਾ ਧਰਮ ਕੀਤਾ? ਤਰ ਗਿਆ। ਗਣਕਾ ਨੇ ਕਿਹੜਾ ਧਰਮ ਕੀਤਾ? ਫਿਰ ਤਰ ਗਈ। ਇਹ ਸਾਰੇ ਪਾਪੀਆਂ ਨੂੰ ਧਾਰਤੇ। ਜਦੋਂ ਬਖਸ਼ਣ 'ਤੇ ਆਉਂਦਾ, ਬੜੇ ਬੜੇ ਗੁਨਾਹਗਾਰਾਂ ਨੂੰ ਬਖਸ਼ ਦਿੰਦਾ। ਐਵੇਂ ਕਿਤੇ ਭਰਮ 'ਚ ਨਾ ਰਹੀ ਵੀ ਮੇਰੇ ਵਰਗੇ ਨਹੀਂ ਤਾਰਨਾ, ਮੈਂ ਬੜਾ ਪਾਠ ਕਰਦਾ, ਬੜੀ ਮਰਜ਼ਾਦਾ ਵਿੱਚ ਆ, ਮੈਂ ਮੇਰਾ ਗੁਰੂ ਦੇ ਨਾਲ ਜ਼ਿਆਦਾ ਪਿਆਰ ਹੈ, ਮੈਂ ਹੀ ਤਰਨਾ, ਬਾਕੀ ਸਾਰੇ ਡੁੱਬ ਜਾਣੇ ਨੇ। ਭਰਮ ਨਾ ਪਾਲ ਲਈ ਕਿਤੇ। ਕੀ ਪਤਾ ਜਦੋਂ ਕੋਈ ਮਾਫ ਕਰਦਾ ਨਾ ਅਤੇ ਭਾਈ ਉਹ ਤਾਂ ਜਨਮਾਂ ਜਨਮਾਤਰਾਂ ਦੇ ਗੁਨਾਹਾਂ ਨੂੰ ਮਾਫ ਕਰ ਦਿੰਦਾ ਹੈ। ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸਨੇਹੀ। ਕਹਿੰਦੇ ਮੈਂ ਤਾਂ ਇੱਕੋ ਗੱਲ ਜਾਣਦਾ, ਰਾਮ ਦੇ ਨਾਲ ਪਿਆਰ ਕਰਨਾ, ਅਤੇ ਗੁਰੂ ਨੇ ਮੈਨੂੰ ਇਹ ਸੋਝੀ ਦੇ ਦਿੱਤੀ ਹੈ। ਕਬੀਰ ਸਾਹਿਬ ਜੀ ਨੇ ਪਾਵਨ ਉਪਦੇਸ਼ ਕੀਤਾ। ਗੁਰੂ ਸਾਹਿਬ ਜੀ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੋਂ ਪਾਇਆ ਸਹਿ ਛੇਤੀ, ਮਨ ਵਜੀਆਂ ਵਧਾਈਆਂ। ਰਾਗ
ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਉ ਹਰੀ ਕੇਰਾ ਮਨ ਜਨੀ ਵਸਾਇਆ। ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੀ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ, ਪੰਚ ਦੂਤ ਦਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਦੁਰਜਨ ਕੋ ਸੇ ਨਾਮ ਹਰਖੇ ਲਾਗੇ। ਕਹਿ ਨਾਨਕ ਤੈਸ ਕੋ ਹੋਆ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਤੇਰੀ ਰਾਸ ਬਾਰਕ ਤੇਰੇ, ਸੁਖ ਕਨੇਰੇ। ਉੱਚਾ ਭਗਵੰਤ ਧਾਰੀ ਤੁਮ ਤੇ ਹੋਏ ਸੁਆਗਤ। ਕੁਰਬਾਨ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ
ਕਲਾ ਤੇਰੀ ਭਾਣੀ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਤਵੇ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ, ਪ੍ਰਗਟ ਗੁਰਾਂ ਕੀ ਦੇ, ਖੋਜ ਸ਼ਬਦ ਮੈਲੇ, ਆਕੀ ਰਹੇ ਨਾ ਕੋਏ, ਬਚੇ ਸ਼ਰਨ ਜੋ ਹੋਏ, ਚੜੇ ਸੋਤਰੇ ਪਾਰ, ਗੁਰ ਪਾਰ ਉਤਾਰਨਾਰ, ਕਲਗੀ ਸੋ ਐਸੀਸ, ਗੁਰ ਕਲਗੀ ਧਾਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਫਤਿਹ। ਤੁਰਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਸੋ ਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ, ਸਨਕ ਸਨੰਦ ਮਹੇਸ਼ ਸਮਾਨਾ। ਸ਼ੇਖ ਨਾਗ ਤਿਰੁ ਮਰਮ ਨ ਜਾਨਾ, ਸਨਕ ਸਨੰਦ ਮਹੇਸ਼ ਸਮਾਨਾ। ਸ਼ੇਖ ਨਾਗ ਤਿਰੁ ਮਰਮ ਨ ਜਾਨਾ। ਸੰਤ ਸੰਗਤ ਰਾਮ ਹਿਰਦੈ ਬਸਾਈ ਰਹਾਉ। ਹਨੂਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ। ਚਾਰ ਵੇਦ ਅਰ ਸਿਮਰਤ ਪੁਰਾਨਾ, ਕਮਲਾ ਪਤ ਕਵਲਾ ਨਹੀਂ ਜਾਨਾ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹੈ ਸਰਨਾਹੀ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹੈ ਸਰਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਜਪੋ ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ। ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।